धन्यवाद सत श्री अकाल आप जी का स्वागत है ज्ञान मंत्रा चैनल ਤੇ ਜਿਵੇਂ ਕਿ ਸਟੂਡੈਂਟਸ ਤੁਹਾਨੂੰ ਪਤਾ ਹੀ ਆਪਾਂ ਸੀਰੀਜ਼ ਸਟਾਰਟ ਕੀਤੀ ਹੈ ਪੰਜਾਬ ਸਕੂਲ ਲਾਇਬ੍ਰੇਰੀ ਦਾ ਸਾਰਾ ਸਿਲੇਬਸ ਇਸ ਸੀਰੀਜ਼ ਦੇ ਵਿੱਚ ਇਸ ਚੈਨਲ ਦੇ ਉੱਤੇ ਆਪਾਂ ਕੰਪਲੀਟ ਕਰ ਰਹੇ ਹਾਂ। ਆਲਰੇਡੀ ਆਪਾਂ ਕੁਝ ਐਸੋਸੀਏਸ਼ਨ ਪਹਿਲੇ ਪੜ੍ਹ ਚੁੱਕੇ ਹਾਂ, ਉਹਨਾਂ ਦੇ ਐਮਸੀਕਿਊਜ਼ ਵੀ ਆਪਾਂ ਲਾ ਚੁੱਕੇ ਹਾਂ। ਅੱਜ ਦੀ ਵੀਡੀਓ ਵਿੱਚ ਆਪਾਂ ਵੇਖਾਂਗੇ ਨੈਕਸਟ 2 ਐਸੋਸੀਏਸ਼ਨਸ ਬਾਰੇ, ਉਹਨਾਂ ਬਾਰੇ ਪੜਾਂਗੇ, ਉਹਨਾਂ ਦੇ ਐਮਸੀਕਿਊਜ਼ ਲਾਵਾਂਗੇ, ਆਪਣੀ ਨੌਲੇਜ ਨੂੰ ਹੋਰ ਜ਼ਿਆਦਾ ਐਨਹਾਂਸ ਕਰਾਂਗੇ ਐਂਡ ਪ੍ਰਿਪੇਅਰ ਹੋਵਾਂਗੇ ਆਪਣੇ ਆਉਣ ਵਾਲੇ ਐਗਜ਼ਾਮ ਦੇ ਲਈ। ਸੋ ਬਹੁਤਾ ਟਾਈਮ ਵੇਸਟ ਨਾ ਕਰਦੇ ਹੋਏ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਇਸ ਵੀਡੀਓ ਦਾ ਜਿਹੜਾ ਲਿੰਕ ਹੈ ਜਾਂ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰੋ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ, ਠੀਕ ਹੈ। ਅਤੇ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਅੱਜ ਜਿਹੜੀ ਆਪਾਂ ਐਸੋਸੀਏਸ਼ਨ ਦੇਖਾਂਗੇ ਉਹ ਹੈ ਇਫਲਾ, ਇੰਟਰਨੈਸ਼ਨਲ ਫੈਡਰੇਸ਼ਨ ਆਫ ਲਾਇਬ੍ਰੇਰੀ ਐਸੋਸੀਏਸ਼ਨਸ ਐਂਡ ਇੰਸਟੀਟਿਊਸ਼ਨ। ਸਭ ਤੋਂ ਪਹਿਲਾਂ ਇੰਪੋਰਟੈਂਟ ਗੱਲ ਹੈ ਇਹਦੀ ਫੁੱਲ ਫੋਰਮ ਬਾਰੇ, ਠੀਕ ਹੈ। ਇਹਦੀ ਫੁੱਲ ਫੋਰਮ ਨੂੰ ਜਾਣਾਂਗੇ ਆਪਾਂ, ਇੰਟਰਨੈਸ਼ਨਲ ਫੈਡਰੇਸ਼ਨ ਆਫ ਲਾਇਬ੍ਰੇਰੀ ਐਸੋਸੀਏਸ਼ਨ ਐਂਡ ਇੰਸਟੀਟਿਊਸ਼ਨ। ਰਾਈਟ। ਇਸ ਤੋਂ ਬਾਅਦ ਇਫਲਾ ਕੀ ਚੀਜ਼ ਹੈ, ਕੀ ਕੰਮ ਕਰਦੀ ਹੈ, ਕਿਉਂ ਬਣਾਈ ਗਈ ਹੈ, ਕਿਵੇਂ ਬਣਾਈ ਗਈ ਸੀ, ਠੀਕ ਹੈ। ਇਸ ਗੱਲਾਂ ਨੂੰ ਆਪਾਂ ਜਾਣਾਂਗੇ। ਹੁਣ ਥੋੜ੍ਹਾ ਪਹਿਲਾਂ ਆਪਾਂ ਇਹਦੇ ਬਾਰੇ ਆਪਾਂ ਗੱਲ ਕਰ ਲੈਂਦੇ ਹਾਂ, ਇਫਲਾ ਕੀ ਚੀਜ਼ ਹੈ, ਠੀਕ ਹੈ। ਇਫਲਾ ਇੱਕ ਫੈਡਰੇਸ਼ਨ ਹੈ। ਕਿਸ ਚੀਜ਼ ਦੀ ਫੈਡਰੇਸ਼ਨ ਹੈ? ਹੁਣ ਤੁਹਾਨੂੰ ਪਤਾ ਹੋਊਗਾ ਕਿ ਆਪਾਂ ਪਹਿਲੇ ਕੁਝ ਐਸੋਸੀਏਸ਼ਨ ਆਪਾਂ ਪੜ੍ਹ ਲਈਆਂ ਨੇ, ਠੀਕ ਹੈ। ਹੁਣ ਐਸੋਸੀਏਸ਼ਨ ਦੇ ਵਿੱਚ ਕੀ ਹੁੰਦੀ ਹੈ, ਇੱਕ ਤਾਂ ਹੁੰਦਾ ਹੈ ਐਸੋਸੀਏਸ਼ਨ, ਠੀਕ ਹੈ, ਇੱਕ ਹੁੰਦੀ ਹੈ ਆਰਗੇਨਾਈਜੇਸ਼ਨ, ਠੀਕ ਹੈ। ਇਹ ਦੋਵੇਂ ਜਿਹੜੀ ਚੀਜ਼ਾਂ ਨੇ ਇਹ ਥੀਸ ਆਰ 2 ਡਿਫਰੈਂਟ ਥਿੰਗਸ, ਠੀਕ ਹੈ। ਆਰਗੇਨਾਈਜੇਸ਼ਨ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਗਵਰਨਮੈਂਟਲ, ਠੀਕ ਹੈ, ਉਹਦੇ 'ਤੇ ਗੌਰਮੈਂਟ ਦਾ ਕੰਟਰੋਲ ਹੁੰਦਾ। ਬਟ ਜਿਹੜੀ ਐਸੋਸੀਏਸ਼ਨ ਹੁੰਦੀ ਹੈ ਉਹ ਨਾਨ ਗੌਰਮੈਂਟ ਹੁੰਦੀ ਹੈ। ਜਿਵੇਂ ਕਿ ਆਪਾਂ ਪੜ੍ਹਿਆ, ਹੁਣ ਤੁਸੀਂ ਕਹੋਗੇ ਸਰ ਕੋਈ ਐਗਜ਼ਾਮਪਲ ਦੇ ਕੇ ਦੱਸ ਦਿਓ, ਜ਼ਿਆਦਾ ਕਲੈਰਿਟੀ ਮਿਲ ਜੂਗੀ। ਅਗਰ ਆਪਾਂ ਐਗਜ਼ਾਮਪਲ ਦੇਖੀਏ ਆਰਗੇਨਾਈਜੇਸ਼ਨਸ ਦੀ, ਯੂਨੈਸਕੋ ਜਿਹੜੀ ਆਪਾਂ ਅੱਗੇ ਪੜ੍ਹਾਂਗੇ, ਠੀਕ ਹੈ। ਜਿਹੜੀ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ ਇੱਕ ਆਰਗੇਨਾਈਜੇਸ਼ਨ, ਉਹ ਕਿਹੜੀ ਸੀਗੀ? RRLF, ਰਾਜਾ ਰਾਏ ਲਾਇਬ੍ਰੇਰੀ ਫਾਊਂਡੇਸ਼ਨ, ਠੀਕ ਹੈ, ਜਿਹੜੀ ਕਿ ਪਬਲਿਕ ਲਾਇਬ੍ਰੇਰੀ ਦੇ ਵਾਸਤੇ ਬਣਾਈ ਗਈ ਸੀ, ਉਹਨੂੰ ਹੈਂਡਲ ਕਰਦੀ ਹੈ, ਠੀਕ ਹੈ। ਮਿਨਿਸਟਰੀ ਆਫ ਕਲਚਰ ਉਹਨੂੰ ਕੀ ਕਰਦਾ? ਫਾਈਨੈਂਸ ਕਰਦਾ ਹੈ। ਕਿਹਦੇ ਅੰਡਰ ਆਉਂਦੀ ਹੈ? ਗੌਰਮੈਂਟ ਆਫ ਇੰਡੀਆ ਦੇ ਅੰਡਰ ਆਉਂਦੀ ਹੈ। ਇਹ ਚੀਜ਼ਾਂ ਆਪਾਂ ਪਿਛਲੀ ਕਲਾਸਾਂ ਦੇ ਵਿੱਚ ਪੜ੍ਹ ਚੁੱਕੇ ਹਾਂ। ਅਗਰ ਤੁਸੀਂ ਨਹੀਂ ਪੜ੍ਹੇ ਤਾਂ ਇੱਕ ਵਾਰ ਪ੍ਰੀਵੀਅਸ ਵੀਡੀਓ ਜ਼ਰੂਰ ਦੇਖੋ, ਠੀਕ ਹੈ। ਹੁਣ ਐਸੋਸੀਏਸ਼ਨ ਹੁੰਦੀ ਹੈ ਜਿਹੜੀ ਇੱਕ ਸੰਸਥਾ ਹੁੰਦੀ ਹੈ, ਸਭ ਦੀ ਮਿਲ ਕੇ ਬਣਾਈ ਗਈ ਹੁੰਦੀ ਹੈ, ਬਟ ਉਹਦੇ 'ਤੇ ਸਰਕਾਰ ਦਾ ਕੋਈ ਜ਼ੋਰ ਨਹੀਂ ਹੁੰਦਾ, ਠੀਕ ਹੈ। ਜਿਹੜੀ ਬੋਡੀਜ਼ ਨੇ ਔਰ ਛੋਟੀ ਛੋਟੀ ਐਸੋਸੀਏਸ਼ਨ ਹਰ ਇੱਕ ਕੰਟਰੀ ਦੇ ਵਿੱਚ ਬਣਾਈ ਹੈ ਨਾ, ਹਰ ਇੱਕ ਕੰਟਰੀ ਦੇ ਹਰ ਇੱਕ ਸਟੇਟ ਦੇ ਵਿੱਚ ਹੈ। ਰਾਜਸਥਾਨ ਲਾਇਬ੍ਰੇਰੀ ਐਸੋਸੀਏਸ਼ਨ ਹੈ, ਠੀਕ ਹੈ। ਹੋਰ ਮਤਲਬ ਕਿ ਅਲੱਗ-ਅਲੱਗ ਐਸੋਸੀਏਸ਼ਨ ਹੈਗੀਆਂ। ਉਹ ਸਭ ਨੂੰ ਮਿਲਾ ਕੇ ਉਹਨਾਂ ਦਾ ਉੱਪਰਲਾ ਜਿਹੜਾ ਹੈੱਡ ਹੈ ਨਾ, ਉਹ ਕੌਣ ਹੈ? ਉਹ ਹੈ ਇਫਲਾ। ਤੁਸੀਂ ਮੰਨੋਗੇ ਇਫਲਾ ਦੇ ਅੰਦਰ 1500 ਐਸੋਸੀਏਸ਼ਨਸ ਨੇ 150 ਕੰਟਰੀਜ਼ ਦੀਆਂ, ਠੀਕ ਹੈ। 150 ਕੰਟਰੀਜ਼ ਦੀਆਂ 1500 ਪਲੱਸ ਐਸੋਸੀਏਸ਼ਨਸ ਨੇ ਕਿਹਦੇ ਅੰਡਰ? ਇਫਲਾ ਦੇ ਅੰਡਰ। ਇਫਲਾ ਇਜ਼ ਅ ਫੈਡਰੇਸ਼ਨ। ਇਫਲਾ ਕੀ ਹੈ? ਇੱਕ ਫੈਡਰੇਸ਼ਨ ਹੈ। ਇਹ ਤੁਹਾਨੂੰ ਦੇਖ ਰਿਹਾ ਕੀ ਲਿਖਿਆ? ਇੰਟਰਨੈਸ਼ਨਲ ਫੈਡਰੇਸ਼ਨ ਆਫ ਲਾਇਬ੍ਰੇਰੀ ਐਸੋਸੀਏਸ਼ਨਸ। ਪਹਿਲੇ ਇਹ ਸਿਰਫ ਇੰਨਾ ਹੀ ਸੀ, ਐਸੋਸੀਏਸ਼ਨਸ ਤੱਕ ਸੀ। ਇੰਸਟੀਟਿਊਸ਼ਨਸ ਦਾ ਬਾਅਦ ਦੇ ਵਿੱਚ ਐਡ ਕੀਤਾ ਗਿਆ ਹੈ, ਠੀਕ ਹੈ। ਹੁਣ ਇਹ ਬਣਿਆ ਕਿਵੇਂ? ਕਦੋਂ ਫਾਊਂਡ ਹੋਇਆ? ਇਹ ਫਾਊਂਡ ਹੋਇਆ ਸੀਗਾ, ਅਗਰ ਆਪਾਂ ਐਗਜ਼ੈਕਟ ਡੇਟ ਦੀ ਗੱਲ ਕਰੀਏ, 30 ਸੈਪਟੈਂਬਰ 1927, ਠੀਕ ਹੈ। 30 ਸੈਪਟੈਂਬਰ 1927 ਨੂੰ ਕੀ ਹੋਇਆ? ਇਹ ਫਾਊਂਡ ਹੋਇਆ। ਕਿੱਥੇ ਫਾਊਂਡ ਹੋਇਆ? ਸਕਾਟਲੈਂਡ ਦੇ ਵਿੱਚ। ਸਕਾਟਲੈਂਡ ਦੇ ਵਿੱਚ ਵੀ ਕਿੱਥੇ? ਐਡਿਨਬਰਗ ਦੇ ਵਿੱਚ। ਕੀ ਹੋ ਰਿਹਾ ਸੀ ਉਦੋਂ? ਇੰਟਰਨੈਸ਼ਨਲ ਕਾਨਫਰੰਸ ਹੋ ਰਹੀ ਸੀ। ਹੁਣ ਜਿਹੜੀ ਇੰਟਰਨੈਸ਼ਨਲ ਕਾਨਫਰੰਸ ਹੈ ਇਹ ਕਿਉਂ ਹੋ ਰਹੀ ਸੀ? ਕਾਨਫਰੰਸ ਵੀ ਕਿਸੇ ਰੀਜ਼ਨ ਦੇ ਪਿੱਛੇ ਹੁੰਦੀ ਹੈ ਨਾ। 2 ਐਸੋਸੀਏਸ਼ਨ ਦੇ ਬਾਰੇ ਆਪਾਂ ਪੜ੍ਹਾਂਗੇ। ALA ਜਿਹੜੀ ਆਪਣੀ ਅਗਲੀ ਐਸੋਸੀਏਸ਼ਨ ਹੈ ਉਹਦੇ ਬਾਰੇ ਆਪਾਂ ਪੜ੍ਹਨਾ ਹੈ, ਠੀਕ ਹੈ। 1876 ਦੇ ਵਿੱਚ, 1876 ਦੇ ਵਿੱਚ ਉਹ ਫਾਊਂਡ ਹੋਈ ਸੀ ALA। ਉਸ ਤੋਂ ਬਾਅਦ LA ਲਾਇਬ੍ਰੇਰੀ ਐਸੋਸੀਏਸ਼ਨ ਆਫ UK, ਠੀਕ ਹੈ, ਯੂਨਾਈਟਿਡ ਕਿੰਗਡਮ, ਜਿਹਨੂੰ ਆਪਾਂ ਇੰਗਲੈਂਡ ਦੇ ਨਾਮ ਤੋਂ ਵੀ ਜਾਣਦੇ ਹਾਂ, ਠੀਕ ਹੈ। ਉਹ ਫਾਊਂਡ ਹੋਈ ਸੀ 1877 'ਚ। ਇਹ ਦੋਵਾਂ ਦੇ 50 ਸਾਲ ਜਦੋਂ ਕੰਪਲੀਟ ਹੋਏ ਸੀਗੇ, ਉਹਦੇ ਉਪਲਕਸ਼ 'ਚ ਇੱਕ ਕਾਨਫਰੰਸ ਰੱਖੀ ਗਈ ਸੀ, ਇੰਟਰਨੈਸ਼ਨਲ ਕਾਨਫਰੰਸ, ਸਕਾਟਲੈਂਡ ਦੇ ਈਡਨਬਰਗ ਦੇ ਵਿੱਚ।
ਉੱਥੇ ਜਦੋਂ ਸਾਰੇ ਪਾਰਟੀਆਂ ਇਕੱਠੀਆਂ ਹੋਈਆਂ ਸੀ, ਉੱਥੇ ਇਹਨਾਂ ਨੇ ਇਹ ਇਫਲਾ ਦਾ ਪ੍ਰਸਤਾਵ ਰੱਖਿਆ ਸੀਗਾ। ਉੱਥੇ ਇਹਦੀ ਫਾਊਂਡੇਸ਼ਨ ਰੱਖੀ ਗਈ ਸੀ ਇਫਲਾ ਦੀ, ਕਿ ਜਿੰਨੇ ਵੀ ਐਸੋਸੀਏਸ਼ਨਸ ਨੇ ਉਹਨਾਂ ਦਾ ਇੱਕ ਹੈੱਡ ਹੋਣਾ ਚਾਹੀਦਾ ਹੈ। ਉਹ ਕੌਣ ਬਣੂਗਾ? ਉਹ ਬਣੂਗਾ ਇਫਲਾ, ਇੰਟਰਨੈਸ਼ਨਲ ਫੈਡਰੇਸ਼ਨ ਆਫ ਲਾइब्रेरी ਐਸੋਸੀਏਸ਼ਨ ਐਂਡ ਇੰਸਟੀਟਿਊਸ਼ਨਸ। ਇੰਨੀ ਗੱਲ ਸਮਝ ਲੱਗੀ? ਅੱਗੇ ਚਲੀਏ। ਠੀਕ ਹੈ, ਹੁਣ ਇਹਦਾ ਜਿਹੜਾ ਹੈੱਡਕੁਆਟਰ ਹੈ ਕਿੱਥੇ ਹੈ? ਹੇਗ। ਉਹ ਕਿੱਥੇ ਹੈ? ਨੀਦਰਲੈਂਡ ਦੇ ਵਿੱਚ। ਠੀਕ ਹੈ, ਹੁਣ ਇਹਦੇ ਜਿਹੜੇ ਕਰੰਟ ਪ੍ਰੈਜ਼ੀਡੈਂਟ ਨੇ, ਦੋ ਸਾਲ ਦੇ ਲਈ ਟਰਮ ਹੁੰਦੇ ਨੇ। ਇਫਲਾ ਦੇ ਜਿੰਨੇ ਵੀ ਪ੍ਰੈਜ਼ੀਡੈਂਟ ਨੇ, ਫਸਟ ਪ੍ਰੈਜ਼ੀਡੈਂਟ ਨੂੰ ਛੱਡ ਕੇ ਉਸ ਤੋਂ ਬਾਅਦ ਜਿੰਨੇ ਵੀ ਪ੍ਰੈਜ਼ੀਡੈਂਟ ਹੋਏ ਨੇ, ਇਹਨਾਂ ਦੀ ਜਿਹੜੀ ਟਰਮ ਰਹਿੰਦੀ ਹੈ ਉਹ 2 ਸਾਲ ਦੀ ਰਹਿੰਦੀ ਹੈ। ਠੀਕ ਹੈ, ਟੈਨਿਓਰਿਟੀ 2 ਇਅਰਸ ਰਹਿੰਦੀ ਹੈ। ਉਹਨੇ 23 ਤੋਂ 25 ਦੇ ਵਿੱਚ ਨੇ ਵਿਕੀ ਮੈਕਡੋਨਾਲਡ। ਠੀਕ ਹੈ, ਇਫਲਾ ਲਾइब्रेरी ਲਾਂਚ ਹੋਈ ਸੀਗੀ 2013 ਦੇ ਵਿੱਚ। ਕੁਝ ਹੋਰ ਗੱਲਾਂ ਆਪਾਂ ਅੱਗੇ ਦੇਖ ਲੈਂਦੇ ਹਾਂ। ਇਫਲਾ ਦੇ ਜਿਹੜੇ ਕਨਸੈਪਚੁਅਲ ਮੋਡਲਸ ਨੇ ਇਹ ਬਹੁਤ ਇੰਪੋਰਟੈਂਟ ਨੇ, ਇਹ ਆਪਾਂ ਯਾਦ ਰੱਖਣੇ ਹੈ। FRBR ਫੁੱਲ ਫਾਰਮ, FRAD, FRSAD, ਠੀਕ ਹੈ, FRBROO, ਇਹ ਆਪਾਂ ਯਾਦ ਰੱਖਣੇ ਆ। ਹੁਣ ਇਹ ਕਿਸ ਵਾਸਤੇ ਨੇ ਤੇ ਕਦੋਂ ਇਹ ਲਾਂਚ ਹੋਏ ਸੀਗੇ? ਠੀਕ ਹੈ, FRBR 1998 ਦੇ ਵਿੱਚ। ਠੀਕ ਹੈ, ਇਹਨਾਂ ਦੀ ਫੁੱਲ ਫਾਰਮ ਕੀ ਹੈ? ਫੰਕਸ਼ਨਲ ਰਿਕੁਆਇਰਮੈਂਟ ਫॉर ਬਿਬਲੀਓਗ੍ਰਾਫਿਕ ਰਿਕਾਰਡ। ਹੁਣ ਤੁਹਾਨੂੰ ਇਹ ਕੁਐਸਚਨ ਆ ਜਾਊਗਾ FRBR, ਠੀਕ ਹੈ, ਕਦੋਂ ਲਾਂਚ ਹੋਇਆ ਸੀਗਾ? 1998 ਦੇ ਵਿੱਚ। ਇਹਦਾ ਕੰਮ ਕੀ ਹੈ? ਹੁਣ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਫੰਕਸ਼ਨਲ ਰਿਕੁਆਇਰਮੈਂਟ ਫॉर ਬਿਬਲੀਓਗ੍ਰਾਫਿਕ ਰਿਕਾਰਡ ਕਿਹਦੇ ਕੰਮ ਆਉਂਦਾ ਹੈ? ਬਿਬਲੀਓਗ੍ਰਾਫਿਕ ਰਿਕਾਰਡ ਦੇ ਕੰਮ ਆਉਂਦਾ ਹੈ। ਓਕੇ, ਫਿਰ ਆਉਂਦਾ FRAD, ਫੰਕਸ਼ਨਲ ਰਿਕੁਆਇਰਮੈਂਟ ਫॉर ਅਥੋਰਿਟੀ ਡੇਟਾ। ਕਦੋਂ ਹੋਇਆ ਸੀਗਾ? 2009 ਦੇ ਵਿੱਚ। ਇੱਦਾਂ ਹੀ FRSAD 2010 ਦੇ ਵਿੱਚ, ਫੰਕਸ਼ਨਲ ਰਿਕੁਆਇਰਮੈਂਟ ਫॉर ਸਬਜੈਕਟ ਅਥੋਰਿਟੀ ਡੇਟਾ। ਠੀਕ ਹੈ, ਫਿਰ ਆ ਜਾਂਦਾ FRBROO 2016 ਦੇ ਵਿੱਚ, ਫੰਕਸ਼ਨਲ ਰਿਕੁਆਇਰਮੈਂਟ ਫॉर ਬਿਬਲੀਓਗ੍ਰਾਫਿਕ ਰਿਕਾਰਡਸ ਆਬਜੈਕਟ ਓਰੀਐਂਟਿਡ। ਠੀਕ ਹੈ, ਫਿਰ ਆ ਜਾਂਦਾ ਪ੍ਰੈਸੋ ਵਰਜ਼ਨ 1.2 2016 ਦੇ ਵਿੱਚ। ਇਹ ਗੱਲ ਤੁਸੀਂ ਇੰਨੀ ਯਾਦ ਰੱਖਣੀ ਹੈ, ਇਹ ਬਹੁਤ ਇੰਪੋਰਟੈਂਟ ਹੈ। ਇਫਲਾ ਇਜ਼ ਦ ਮੋਸਟ ਇੰਪੋਰਟੈਂਟ ਐਸੋਸੀਏਸ਼ਨ ਫॉर द एग्जाम परस्पेक्टिव। ठीक है, ਹੁਣ ਆਪਾਂ ਦੇਖ ਲੈਂਦੇ ਹਾਂ ਇਫਲਾ ਦੇ ਜਿਹੜੇ ਪ੍ਰੋਗਰਾਮਸ ਨੇ। ਇਫਲਾ ਦੇ ਜਿਹੜੇ ਪ੍ਰੋਗਰਾਮਸ ਨੇ ਕਿਹੜੇ ਨੇ? ਦੇਖੀਏ ਯੂਨੀਮਾਕ ਕੀ ਹੈ। ਯੂਨੀਮਾਕ ਇੱਕ ਸਟ੍ਰੈਟੇਜਿਕ ਪ੍ਰੋਗਰਾਮ ਹੈ ਜਿਹੜਾ 2023 ਦੇ ਵਿੱਚ ਲਾਂਚ ਕੀਤਾ ਗਿਆ ਸੀਗਾ, ਟੂ ਮੇਨਟੇਨ ਐਂਡ ਡਿਵੈਲਪ ਦਾ ਯੂਨੀਵਰਸਲ ਮਾਰਕ ਫਾਰਮੈਟ। ਟੂ ਮੇਨਟੇਨ ਐਂਡ ਡਿਵੈਲਪ ਦਾ ਯੂਨੀਵਰਸਲ ਮਾਰਕ ਫਾਰਮੈਟ। ਠੀਕ ਹੈ, ਇਹਦੇ ਵਿੱਚ 4 ਫਾਰਮੈਟ ਇਨਕਲੂਡ ਹੁੰਦੇ ਹੈ: ਬਿਬਲੀਓਗ੍ਰਾਫਿਕ, ਅਥੋਰਿਟੀਜ਼, ਕਲਾਸੀਫਾਈਡ ਐਂਡ ਹੋਲਡਿੰਗ। ਠੀਕ ਹੈ, 4 ਕੀ ਹੁੰਦੇ ਹੈ? 4 ਫਾਰਮੈਟ ਨੇ ਇਹਦੇ ਵਿੱਚ। ਕਿਹੜੇ? ਬਿਬਲੀਓਗ੍ਰਾਫਿਕ, ਅਥੋਰਿਟੀ, ਕਲਾਸੀਫਿਕੇਸ਼ਨ ਐਂਡ ਹੋਲਡਿੰਗ। ਠੀਕ ਹੈ, ਯੂਨੀਮਾਕ ਕੀ ਹੈ? ਯੂਨੀਮਾਕ ਹੈ ਯੂਨੀਵਰਸਲ ਮਾਰਕ। ਮਾਰਕ ਦੀ ਕੀ ਫੁੱਲ ਫਾਰਮ ਹੈ? ਮਾਰਕ ਦੀ ਫੁੱਲ ਫਾਰਮ ਅਗਰ ਆਪਾਂ ਦੇਖੀਏ ਉਹ ਹੈ ਮਸ਼ੀਨ ਰੀਡਰ कैटालॉग। ओके, की फुल फॉर्म है मार्क दी? मशीन रीडर कैटालॉग। मशीन रीडर कैटालॉग। ओके, देन आगे आप देखते हैं स्ट्रैटेजिक प्रोग्राम ऑन एंड कंजरवेशन, जिन्हों आप किदे नाम जानते हैं? जिन्हों आप जानते हैं पैक के नाम तो, PAC। ठीक है, यदि फुल फॉर्म आप याद रखांगे। कदों? 1984 च पैक होया सीगा प्रिजर्वेशन एंड कंजरवेशन। ठीक है, समझ आई? उस तो बाद है FAIF। यदि फुल फॉर्म बहुत इंपॉर्टेंट है, यदि फुल फॉर्म आप याद रखांगे, फ्रीडम ऑफ एक्सेस, इंफॉर्मेशन एंड फ्रीडम ऑफ एक्सप्रेशन। फ्रीडम ऑफ एक्सेस टू इंफॉर्मेशन एंड फ्रीडम ऑफ एक्सप्रेशन। ठीक है, ये इंपॉर्टेंट है। इत्थे अपना की होंदा है? इफला की हो जाता है? खत्म हो जाता है। ठीक है, एंड जिहड़ा इफला है ना, ये दुनिया दा वर्ल्ड दा लार्जेस्ट ग्रुप ऑफ एसोसिएशन है। की है? ग्रुप ऑफ एसोसिएशन। ठीक है, वर्ल्ड लार्जेस्ट ग्रुप ऑफ एसोसिएशन। ठीक है, ये गल आप याद रखांगे। दैन नाउ मूव करते आप अमेरिकन लाइब्रेरी एसोसिएशन ते। अमेरिकन लाइब्रेरी एसोसिएशन is the oldest and the largest library association in the world wide। ठीक है,
ਲਾਰਜੈਸਟ ਦਾ ਇਫਲਾ ਹੈ। ਠੀਕ ਹੈ, ਹੁਣੇ ਆਪਾਂ ਪਿੱਛੇ ਪੜ੍ਹ ਕੇ ਹਟੇ ਹਾਂ। ਇਹ ਕੀ ਹੈ? ਅਮਰੀਕਨ ਲਾइब्रेरी एसोसिएशन की है ओल्डेस्ट एंड द लार्जेस्ट लाइब्रेरी एसोसिएशन वर्ल्ड वाइड। ठीक है, फाउंड कदों होया सीगा? 6 अक्तूबर 1876। ਇਹ ਤਾਂ ਹੁਣ ਤੁਹਾਨੂੰ ਰੱਟ ਜਾਣਾ ਚਾਹੀਦਾ, ਆਪਾਂ ਇੰਨੀ ਵਾਰੀ ਪਿੱਛੇ ਪੜ੍ਹ ਚੁੱਕੇ ਹਾਂ। 1876 ਵਿੱਚ ALA, 1877 ਦੇ ਵਿੱਚ ALUK। ਠੀਕ ਹੈ, ਜਾਂ LAUK, ਲਾਇਬ੍ਰੇਰੀ ਐਸੋਸੀਏਸ਼ਨ ਯੂਨਾਈਟਿਡ ਕਿੰਗਡਮ। ਓਕੇ, ਹੁਣ ALA ਦਾ ਜਿਹੜਾ ਹੈਡਕੁਆਟਰ ਹੈ ਉਹ ਕਿੱਥੇ ਪੈਂਦਾ? ਉਹ ਪੈਂਦਾ ਆਪਣਾ ਸ਼ਿਕਾਗੋ 'ਚ। ਠੀਕ ਹੈ, ਫਸਟ ਜਿਹੜੇ ਪ੍ਰੈਜ਼ੀਡੈਂਟ ਸੀ ALA ਦੇ ਕੌਣ ਨੇ? ਜਸਟਿਨ ਵਿੰਸਰ। ਓਕੇ, ਜਸਟਿਨ ਵਿੰਸਰ, ਇਹ ਆਪਾਂ ਯਾਦ ਰੱਖਾਂਗੇ। ਕਰੰਟ ਪ੍ਰੈਜ਼ੀਡੈਂਟ ਕੌਣ ਨੇ? ਸੈਮ ਹੈਲਮਿਕ। ਓਕੇ, ਸੈਮ ਹੈਲਮਿਕ। ਹੁਣੇ ਜਦੋਂ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂ ਉਦੋਂ ਇਹ ਚੇਂਜ ਹੋ ਚੁੱਕੇ ਨੇ। ਹੁਣ ਜੁਲਾਈ 2025 ਦੇ ਵਿੱਚ ਸਿੰਡੀ ਹਾਲ ਜਿਹੜੇ ਸੀਗੇ, ਠੀਕ ਹੈ, ਇਹਨਾਂ ਦਾ ਟੈਨਿਓਰ ਖਤਮ ਹੋ ਚੁੱਕਿਆ ਹੈ। ਹੁਣ ਸੈਮ ਹਾਲਮਿਕ 2026 ਤੱਕ ਆਪਦੀ ਟੈਨਿਓਰਿਟੀ 'ਚ, ਠੀਕ ਹੈ, ਆਪਦਾ ਜਿਹੜਾ ਪਦ ਹੈ ਪ੍ਰੈਜ਼ੀਡੈਂਟ ਦਾ ਉਹਨੂੰ ਸੰਭਾਲਣਗੇ। ਠੀਕ ਹੈ, ਉਸ ਤੋਂ ਬਾਅਦ ਆਪਾਂ ਇਹਦੇ ਕੁਝ ਅਵਾਰਡਸ ਦੇਖ ਲੈਂਦੇ ਹਾਂ। ALA ਅਵਾਰਡਸ ਜਿਹੜੇ ਕਿ ਮੋਸਟ ਇੰਪੋਰਟੈਂਟ ਅਵਾਰਡਸ ਨੇ, ਆਪਾਂ ਇਹਨਾਂ ਨੂੰ ਅੱਧਾ ਪੜਾਂਗੇ। ਜਿਵੇਂ ਕਿ ਜੌਨ ਕੋਟਨ ਡੈਨਾ ਅਵਾਰਡ ਕਿਹਦੇ ਲਈ ਦਿੱਤਾ ਜਾਂਦਾ ਹੈ? ਆਪਾਂ ਨੂੰ ਪਤਾ ਹੋਣਾ ਚਾਹੀਦਾ, ਪਬਲਿਕ ਰਿਲੇਸ਼ਨਸ ਦੇ ਵਾਸਤੇ ਦਿੱਤਾ ਜਾਂਦਾ ਹੈ। ਕਲੀਅਰੈਂਸ ਡੇ ਅਵਾਰਡ ਕਿਹਦੇ ਵਾਸਤੇ ਦਿੱਤਾ ਜਾਂਦਾ ਹੈ? ਪ੍ਰਮੋਟਿੰਗ ਰੀਡਿੰਗ ਐਂਡ ਬੁੱਕਸ ਦੇ ਲਈ ਦਿੱਤਾ ਜਾਂਦਾ ਹੈ। ਠੀਕ ਹੈ, ਮੈਲਵਿਲ ਡਿਊ ਅਵਾਰਡ ਮੈਲਵਿਲ ਡਿਊ ਅਵਾਰਡ ਕਿਹਦੇ ਲਈ ਦਿੱਤਾ ਜਾਂਦਾ ਹੈ? ਪ੍ਰੋਫੈਸ਼ਨਲ ਅਚੀਵਮੈਂਟ ਵਾਸਤੇ ਦਿੱਤਾ ਜਾਂਦਾ ਹੈ। ਮਾਰਗਰੇਟ ਮੈਨ ਅਵਾਰਡ ਕਿਹਦੇ ਲਈ ਦਿੱਤਾ ਜਾਂਦਾ ਹੈ? ਕੈਟਾਲੋਗਿੰਗ ਐਂਡ ਕਲਾਸੀਫਿਕੇਸ਼ਨ ਵਾਸਤੇ ਦਿੱਤਾ ਜਾਂਦਾ ਹੈ। ਅਮੇਜ਼ਿੰਗ ਆਡੀਓ ਬੁੱਕਸ ਯੰਗ ਅਡਲਟਸ ਨੂੰ ਦਿੱਤਾ ਜਾਂਦਾ ਹੈ। ਠੀਕ ਹੈ, ਇਹ ਜਿਹੜੇ ਮੈਲਵਿਨ ਡਿਊ ਨੇ ਪਰਸਨ, ਤੁਸੀਂ ਨਾਮ ਪਹਿਲੇ ਸੁਣਿਆ ਹੋਏਗਾ, ਇਹ ਕੌਣ ਸੀ? ਇਹ ਫਸਟ ਸੈਕਰੇਟਰੀ ਸੀਗੇ ALA ਦੇ। ਠੀਕ ਹੈ, ਸੈਕਰੇਟਰੀ ਮਾਨੇ ਤੋਂ ਸਚਿਵ, ਹਿੰਦੀ 'ਚ ਸਚਿਵ। ਗ੍ਰਾਮ ਪੰਚਾਇਤ ਦੇਖੀ ਹੈ ਨਾ ਸਾਰਿਆਂ ਨੇ? ਚਲੋ ਗ੍ਰਾਮ ਪੰਚਾਇਤ ਛੱਡੋ, ਆਪਣਾ ਐਮਾਜ਼ਨ ਤੇ ਦੇਖਦੇ ਹੋ ਨਾ ਪੰਚਾਇਤ ਸੀਰੀਜ਼, ਉਹਦੇ 'ਚ ਕੌਣ ਹੈ? ਉਹ ਸਚਿਵ ਹੈ ਨਾ, ਉੱਦਾਂ ਉਹ ਸੈਕਰੇਟਰੀ ਹੈ। ਉੱਦਾਂ ਦਾ ਹੀ ਇਹ ALA ਦਾ ਕੌਣ ਸੀ? ਮੈਲਵਿਲ ਡਿਊ ਸਚਿਵ ਸੀਗਾ, ਫਸਟ ਸਚਿਵ ਸੀਗਾ। ਠੀਕ ਹੈ, ਮਾਰਗਰੇਟ ਮੈਨ ਅਵਾਰਡ ਕਿਉਂ ਦਿੱਤਾ ਜਾਂਦਾ ਹੈ? ਇਹ ਇੱਕ ਲੇਡੀ ਸੀ, ਠੀਕ ਹੈ, ਵੂਮਨ ਸੀ, ਜਿਨ੍ਹਾਂ ਨੇ ਕੈਟਾਲੋਗਿੰਗ ਐਂਡ ਕਲਾਸੀਫਿਕੇਸ਼ਨ ਦੀ ਫੀਲਡ 'ਚ ਕਾਫੀ ਅੱਛਾ ਕੰਮ ਕੀਤਾ ਸੀਗਾ। ਠੀਕ ਹੈ, ਉਹਨਾਂ ਨੂੰ ਇਹ ਜਿਹੜਾ ਅਵਾਰਡ ਹੈ, ਉਹਨਾਂ ਦੇ ਨਾਮ ਤੇ ਇਹ ਅਵਾਰਡ ਦਿੱਤਾ ਜਾਂਦਾ ਹੈ ਫॉर कैटलॉगिंग एंड क्लासिफिकेशन वास्ते। ओके डन, आगे चलिए। ठीक है, उस तो बाद आप ये पढ़ लिया अमेजिंग ऑडियो बुक्स अवार्ड फॉर यंग अडल्ट्स, ये पढ़ लिया। उस तो बाद ALA पब्लिकेशंस, ALA पब्लिकेशंस ये भी बहुत है। न्यूज़ लेटर ऑन इंटेलेक्चुअल फ्रीडम, रेफरेंस एंड यूजर सर्विसेज क्वार्टरली, न्यूज़ लेटर ऑन स्मार्ट लाइब्रेरीज। ओके, ਇੱਥੇ 3 ਹੈਗੀਆਂ, 3 ਤੋਂ ਬਾਅਦ ਹੋਰ ਵੀ ਹੈਗੀਆਂ। ਠੀਕ ਹੈ, ਜੋ ਕਿ ਆਪਣੇ ਸਿਲੇਬਸ ਲਈ ਇੰਨੀ ਇੰਪੋਰਟੈਂਟ ਨਹੀਂ ਹੈ, ਬਟ ਫਿਰ ਵੀ ਆਪਾਂ ਇੱਕ ਵਾਰ ਦੇਖ ਲੈਂਦੇ ਹਾਂ। ਹੈਗੀ ਹੈ ਇੱਕ ਚੁਆਇਸ ਦੇ ਨਾਮ ਤੋਂ ਆਉਂਦੀ ਹੈ। ਠੀਕ ਹੈ, ਉਸ ਤੋਂ ਬਾਅਦ ਆਉਂਦੀ ਹੈ ਬੁੱਕਸ ਟੈਕਨੋਲੋਜੀ। ਠੀਕ ਹੈ, ਫਿਰ ਆ ਜਾਂਦੀ ਹੈ ਬੁੱਕ ਲਿਸਟ। ਠੀਕ ਹੈ, ਇਹ ਕੁਛ ਹੈਗੀਆਂ ਜੋ ਕਿ ਇੰਪੋਰਟੈਂਟ ਹੈਗੀਆਂ। ਜਿਹੜੇ KVS ਦੀ ਤਿਆਰੀ ਕਰ ਰਹੇ ਆ, ਜਿਹੜੇ ਸਟੂਡੈਂਟ ਪੰਜਾਬ ਲਈ ਨਹੀਂ ਤਿਆਰੀ ਕਰ ਰਹੇ, ਸੈਂਟਰ ਦੀ ਤਿਆਰੀ ਕਰ ਰਹੇ ਆ, ਠੀਕ ਹੈ, ਉਹ ਉਹਨਾਂ ਲਈ ਅਜੇ ਹੋਰ ਵੀ ਕੰਟੈਂਟ ਹੈ ਇਸ ਤੋਂ ਇਲਾਵਾ। ਇਹ ਜਿਹੜਾ ਕੋਰਸ ਹੈ ਨਾ, ਇਹ ਸਿਰਫ ਪੰਜਾਬ ਲਈ ਡਿਜ਼ਾਈਨ ਕੀਤਾ ਗਿਆ ਹੈ ਕਿ ਬੱਚਾ ਇਹੀ ਸਭ ਕੁਝ ਪੜ੍ਹ ਕੇ ਆਪਦਾ ਐਗਜ਼ਾਮ ਕਰੈਕ ਕਰ ਲੈ, ਹੋਰ ਕਿਤੇ ਮੱਥਾ ਨਾ ਮਾਰਨਾ ਪਵੇ। ਬਟ ਅਗਰ ਤੁਸੀਂ KVS ਨੂੰ ਤੁਹਾਡਾ ਏਮ ਹੈ, NBS ਏਮ ਹੈ, ਜਾਂ ਹੋਰ EMRS ਏਮ ਹੈ ਤੁਹਾਡਾ, ठीक है, फिर ਤੁਹਾਨੂੰ और भी तैयारी करनी पैनी, एक्स्ट्रा भी पढ़ना पैना है। पहले अपना पंजाब का सिलेबस कवर हो जाए, फिर आप KVS ਤੇ NVS ਲਈ ਵੀ ਲੈ ਕੇ ਆਵਾਂਗੇ ਸੀਰੀਜ਼। ਓਕੇ, ਤੇ ਇੱਥੇ ਆਪਣਾ ALA ਖਤਮ ਹੋ ਜਾਂਦਾ ਹੈ। ਠੀਕ ਹੈ, ਇੱਥੇ ਆਪਣਾ ਫਿਨਿਸ਼ ਹੋ ਜਾਂਦਾ ਹੈ। ਇੱਕ ਨਾ ਇਹਨਾਂ ਦਾ ਮੋਟੋ ਸੀਗਾ, ਇਹਨਾਂ ਦਾ ਮੋਟੋ, ALA ਦਾ ਮੋਟੋ ਆਈ ਥਿੰਕ ਪੁੱਛ ਲੈਂਦੇ ਆ ਕਿ ਕੀ ਮੋਟੋ ਸੀਗਾ। ਇਹਨਾਂ ਦਾ ਮੋਟੋ ਹੈ ਦਾ best reading for the largest
नंबर एट लीस्ट कॉस्ट। ठीक है, की मोटो है इन्हां दा द बेस्ट रीडिंग फॉर द लार्जेस्ट नंबर एट द लीस्ट कॉस्ट। ठीक है, कि ज़्यादा तो ज़्यादा ਜਿਹੜੇ ਯੂਜ਼ਰਸ ਨੇ ALA ਦੇ ਯੂਜ਼ਰਸ ਨੇ, ਠੀਕ ਹੈ, ਉਹਨਾਂ ਨੂੰ ਬੈਸਟ ਮਟੀਰੀਅਲ ਦਿੱਤਾ ਜਾਵੇ, ਪ੍ਰੋਵਾਈਡ ਕੀਤਾ ਜਾਵੇ, ਅਵੇਲੇਬਲ ਕਰਵਾਇਆ ਜਾਵੇ ਬਹੁਤ ਹੀ ਘੱਟ ਦਾਮ ਤੇ, ਬਹੁਤ ਹੀ ਘੱਟ ਕੋਸਟ ਦੇ ਉੱਤੇ। ਠੀਕ ਹੈ, ਆਈ ਹੋਪ ਤੁਹਾਨੂੰ ਇਹ ਸਮਝ ਆਇਆ ਹੋਊਗਾ। ਜਿੰਨਾ ਵੀ ਆਪਾਂ ਉੱਪਰ ਕੁਝ ਪੜਿਆ ਹੈ, ਦੋ ਐਸੋਸੀਏਸ਼ਨ ਅੱਜ ਆਪਾਂ ਕਵਰ ਕੀਤੀਆਂ ਨੇ। ਠੀਕ ਹੈ, IFLA ਐਂਡ ALA ਦੋਨੋਂ ਹੀ ਮੋਸਟ ਇੰਪੋਰਟੈਂਟ ਹੈ। ਠੀਕ ਹੈ, ALA ਤਾਂ ਬਹੁਤ ਛੋਟੀ ਜਿਹੀ ਐਸੋਸੀਏਸ਼ਨ ਹੈ ਆਪਣੇ ਸਿਲੇਬਸ ਦੇ ਅਕੋਰਡਿੰਗ। ਠੀਕ ਹੈ, ਐਂਡ ਹੁਣ ਆਪਾਂ ਦੇਖਦੇ ਹਾਂ ਇਹਦੇ ਟੈਸਟ ਦੀ ਵਾਰੀ ਕਿ ਆਪਾਂ ਨੂੰ ਕਿੰਨਾ ਕੁ ਸਮਝ ਆਇਆ ਹੈ। ਆਪਾਂ ਇੱਕ 10 ਕੁਐਸਚਨ ਆਪਾਂ ਅਟੈਂਪਟ ਕਰਾਂਗੇ ਐਂਡ ਤੁਸੀਂ ਕਮੈਂਟ ਕਰੋ, ਤੁਹਾਡੀ ਮਰਜ਼ੀ ਹੈ, ਨਹੀਂ ਕਮੈਂਟ ਕਰਨਾ ਤਾਂ ਵੀ ਤੁਹਾਡੀ ਮਰਜ਼ੀ ਹੈ। ਬਟ ਜਦੋਂ 10 ਕੁਐਸਚਨ ਕੰਪਲੀਟ ਹੋ ਜਾਣਗੇ ਲਾਸਟ ਦੇ ਵਿੱਚ ਜ਼ਰੂਰ ਕਮੈਂਟ ਕਰਿਆ ਜੇ ਕਿ ਤੁਹਾਡੇ ਕਿੰਨੇ ਆਨਸਰ ਸਹੀ ਹੋਏ। ਠੀਕ ਹੈ, ਸੋ ਆਪਾਂ ਦੇਖਦੇ ਹਾਂ ਟਾਈਮ ਟੂ ਟੈਸਟ ਯੂਰ ਨੌਲੇਜ। ਪਹਿਲਾ ਕੁਐਸਚਨ ਆਪਾਂ ਦੇਖਦੇ ਹਾਂ, ਇਹ ਰਿਹਾ ਤੁਹਾਡੀ ਸਕਰੀਨ ਦੇ ਉੱਤੇ। When was the International Federation of Library Association and Institutions founded? ਕਦੋਂ ਫਾਊਂਡ ਹੋਈਆਂ ਸੀਗੀਆਂ ਦੱਸੋ ਬਈ, ਟਾਈਮ ਸਟਾਰਟ ਹੈ ਤੁਹਾਡਾ। ਕੀ ਆਨਸਰ ਹੈ ਇਹਦਾ? ਬਿਲਕੁਲ ਕਰੈਕਟ। ਕੀ ਆਨਸਰ ਹੈ? ਬੀ ਆਨਸਰ ਹੈ 1927। ਅਗਲਾ ਕੁਐਸਚਨ ਆਪਾਂ ਦੇਖਦੇ ਹਾਂ, ਵੇਅਰ ਇਜ਼ ਦ ਹੈਡਕੁਆਟਰ ਆਫ IFLA IFLA ਲੋਕੇਟਡ? IFLA ਦੇ ਹੈਡਕੁਆਟਰਸ ਆਪਾਂ ਕਿੱਥੇ ਵੇਖੇ ਸੀਗੇ? ਦ ਹੇਗ, ਨੀਦਰਲੈਂਡ। ਵੈਰੀ ਗੁੱਡ, ਨੀਦਰਲੈਂਡ, ਦ ਹੇਗ। ਓਕੇ, ਉਸ ਤੋਂ ਬਾਅਦ ਥਰਡ ਕੁਐਸਚਨ ਵਾਲਾ ਆਪਾਂ ਦੇਖਦੇ ਹਾਂ, ਹੂ ਇਜ਼ ਦ ਕਰੰਟ ਪ੍ਰੈਜ਼ੀਡੈਂਟ ਆਫ IFLA? ਹੂ ਇਜ਼ ਦ ਕਰੰਟ ਪ੍ਰੈਜ਼ੀਡੈਂਟ ਆਫ IFLA? ਕੌਣ ਹੈ? ਕਿਹਨੂੰ ਆਪਾਂ ਪੜਿਆ ਸੀਗਾ? ਇਹਦਾ ਜਿਹੜਾ ਕਰੈਕਟ ਆਨਸਰ ਕੀ ਹੈ? ਲੈਜ਼ਲੀ ਵੀਅਰ। ਠੀਕ ਹੈ, 2026-27 ਤੱਕ ਲੈਜ਼ਲੀ ਵੀਅਰ। ਉਸ ਤੋਂ ਬਾਅਦ ਆਪਾਂ ਦੇਖ ਰਹੇ ਹਾਂ, ਵਿਚ conceptual model was launched by IFLA in 1998? याद करो conceptual model ਆਪਾਂ ਪੜ੍ਹੇ ਸੀਗੇ। ਜਿਹੜਾ ਸਭ ਤੋਂ ਪਹਿਲਾ, ਸਭ ਤੋਂ ਫਸਟ ਜਿਹੜਾ ਆਪਾਂ conceptual model ਦੇਖਿਆ ਸੀਗਾ, ਕਿਹੜਾ ਦੇਖਿਆ ਸੀਗਾ? FRBR। ਯਾਦ ਹੈ ਜਾਂ ਦਿਖਾਵਾਂ? ਠੀਕ ਹੈ, ਤੁਸੀਂ ਇੱਕ ਵਾਰ ਦੇਖ ਹੀ ਲਓ। ਆਈ ਥਿੰਕ ਕਈ ਬੱਚਿਆਂ ਨੂੰ ਯਾਦ ਨਹੀਂ ਆ ਰਿਹਾ ਹੋਣਾ ਆਪਾਂ ਕਿੱਥੇ ਪੜ੍ਹਿਆ ਸੀਗਾ। ਫੰਕਸ਼ਨਲ ਰਿਕੁਆਇਰਮੈਂਟ ਫॉर ਬਿਬਲੀਓਗ੍ਰਾਫਿਕ ਰਿਕਾਰਡ 1998 FRBR। ਠੀਕ ਹੈ, ਇੱਦਾਂ ਕੁਐਸਚਨ ਬੰਦੇ ਆ। ਇਹ MCQs ਵੀਡੀਓ ਦੇ ਵਿੱਚ ਸ਼ਾਮਿਲ ਕਰਨ ਦਾ ਆਹੀ ਮਕਸਦ ਹੈ ਕਿ ਬੱਚੇ ਨੂੰ ਪਤਾ ਲੱਗੇ ਕਿੱਦਾਂ ਦੇ ਕੁਐਸਚਨਸ ਬੰਦੇ ਆ, ਕਿੱਦਾਂ ਅਟੈਂਪਟ ਕਰਨੇ ਆ, ਹੈ ਨਾ। ਹੁਣ ਕੁਝ ਸੋਚਣਗੇ ਯਾਰ ਇਹ ਕਨਸੈਪਚੁਅਲ ਮਾਡਲ ਨੇ, ਇੰਨੇ ਖਾਸ ਤਾਂ ਲੱਗ ਨਹੀਂ ਰਹੇ, ਕੀ ਇਹਨਾਂ 'ਚ ਕੁਐਸਚਨ ਬਣੂਗਾ? ਬਣਿਆ ਨਾ ਕੁਐਸਚਨ। ਠੀਕ ਹੈ, ਆਪਾਂ ਹੁਣ ਨੈਕਸਟ ਮੂਵ ਕਰਦੇ ਹਾਂ ਅਗਲੇ ਕੁਐਸਚਨ ਵੱਲ। ਵਾਟ ਇਜ਼ ਯੂਨੀਮਾਰਕ? ਯੂਨੀਮਾਰਕ ਕੀ ਹੈ? यूनिमार्क की है ए मार्क फॉर्मेट मेंटेनेंस इनिशिएटिव। याद है, मेंटेनेंस एंड डेवलपमेंट वास्ते इनिशिएटिव लिया गया सीगा यूनिमार्क दा। ते अजकल केड़ा यूनिमार्क चल रहा है? मार्क 21। गॉट इट? नेक्स्ट क्वेश्चन आप देखते हैं स्टूडेंट्स, which IFLA programs deals with the preservation and conservation? Which IFLA program deals with the preservation and the conservation? याद है गाइस, केड़ा है? PAC, preservation and conservation। ठीक है, A ऑप्शन। देन नाउ मूव करते हैं आप 7th क्वेश्चन थे। What does FAIFE stand for? की स्टैंड करता है भाई? फ्रीडम ऑफ एक्सेस टू इंफॉर्मेशन एंड फ्रीडम ऑफ एक्सप्रेशंस। ठीक है, ये ਆਪਾਂ ਉੱਪਰ ਪੜਿਆ ਸੀਗਾ, 2-3 ਬਾਰ ਮੈਂ ਰਿਪੀਟ ਕਰਿਆ ਸੀ। आई होप ਤੁਹਾਨੂੰ याद होगा, नहीं याद ਤਾਂ ਇੱਕ ਵਾਰ ਦੁਬਾਰਾ याद कर लो। फ्रीडम ऑफ एक्सेस टू इंफॉर्मेशन एंड फ्रीडम ऑफ एक्सप्रेशन। गॉट इट? देन मूव कर दिया 8th क्वेश्चन वाल। व्हेन वाज द अमेरिकन लाइब्रेरी एसोसिएशन फाउंडेड? याद है, ये तो हुण रट जाना चाहिए। ALA LA UK 1877 1876। ठीक है,
Who was the first president of ALA? Who was the first president of ALA? Time starts now. कौन है भाई, दसो। ऑप्शन ए, बी, सी, डी की ऑप्शन है जस्टिन विंसर, बी ऑप्शन। ठीक है, लास्ट क्वेश्चन अपना अज दी क्लास दा, विच ALA अवार्ड इज गिवन फॉर प्रोफेशनल अचीवमेंट। आई होप तुहानू सब नू याद होगा, ये मैं दसिया भी सीगा स्पैशल प्रोफेशनल अचीवमेंट अवार्ड क्यों दिता जाता सीगा। कौन सी सैक्रटरी, ALA दा सैक्रटरी कौन सी, मेलविल ड्यू। ठीक है, उन्हां दी याद दे विच ही ये अवार्ड बनाया गया सीगा, किहड़ा, प्रोफेशनल अचीवमेंट अवार्ड। गॉट इट। ठीक है, हुण तुसी सब बच्चों ने, ठीक है, जिन्हें भी एस्पिरेंट ने लाइब्रेरी साइंस दे, जिन्हें भी ये वीडियो देखी है, अज देख रहा है, कल देख रहा है, महीने बाद, 2 साल बाद, 1 साल बाद, जो भी कोई ये वीडियो देख रहा है, क्वेश्चन आंसर तो जरूर लाऊगा। ठीक है, तो जो भी तुहानू टाइम मिलता है उदों कमेंट च दसो तुहाडे 10 विचों किन्ने आंसर ठीक सी। ठीक है, कमेंट जरूर करना है। आई होप तुहानू सबनू ये जिहड़ी वीडियो है ये वधिया लगी होगी। अगर तुहानू वीडियो वधिया लगती है तो ये वार वार की कहना है ना, वीडियो नू लाइक करो यार, चैनल नू सबसक्राइब करो, तो वीडियो नू शेयर करो अपने दोस्तों नाल, पता लगे हाँ यार मैं तैयारी कर रहा, तो तू भी कर तैयारी, देखते हैं कि कौन जॉब लगता है। ठीक है, अपने दोस्तों नू शेयर करो, चैनल नू सबसक्राइब करो, तो वीडियो नू लाइक करो, तो ऐदा ही बस पढ़ते रहो। अगली वीडियो में मिलते हैं। ठीक है, उदों तक नमस्कार, सत श्री अकाल एंड जय हिंद।